वाहिगुरु। आप ਸਰਬੱਤ ਸੰਗਤ ਨੂੰ ਜੀ ਆਇਆਂ ਨੂੰ। ਜੋ ਅੱਜ ਦੀ ਇਸ ਸ਼ਾਮ ਦੀ ਕਲਾਸ ਦੇ ਵਿੱਚ, ਜਿਸ ਕਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਸੰਥਿਆ ਆਪਾਂ ਅਰਥਾਂ ਦੇ ਸਮੇਤ ਲੜੀਵਾਰ ਸੰਥਿਆ ਕਰ ਰਹੇ ਹਾਂ। ਮਾਝ ਰਾਗ ਦੇ ਵਿੱਚ ਪਿਛਲੀਆਂ 27 ਅਸ਼ਟਪਦੀਆਂ ਜਿਹੜੀਆਂ ਨੇ ਉਹ ਆਪਾਂ ਕਰ ਚੁੱਕੇ ਹਾਂ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸਤਿਗੁਰਾਂ ਦੀ ਅਗਲੀ ਬਾਣੀ ਦੀ ਵਿਚਾਰ ਅਰਥਾਂ ਸਮੇਤ ਜੋ ਸੰਥਿਆ ਹੈ ਉਹ ਅੱਜ ਆਪਾਂ ਆਰੰਭ ਕਰਨੀ ਹੈ। ਸੋ ਸਭ ਤੋਂ ਪਹਿਲਾਂ ਸਾਰੇ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ। ਮਾਝ ਇਸ ਰਾਗ ਦਾ ਨਾਮ ਹੈ। ਮਹੱਲਾ ਤੀਜਾ। ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ। ਜਿਹੜਾ ਪ੍ਰਭੂ ਪਰਮਾਤਮਾ ਹੈ ਨਾ, ਮੇਰਾ ਪ੍ਰਭੂ ਜਿਹੜਾ ਹੈ ਉਹ ਸਾਰੀਆਂ ਥਾਵਾਂ ਤੇ ਮੌਜੂਦ ਹੈ, ਭਰਪੂਰ ਹੈ। ਪੂਰੀ ਸਮੁੱਚੀ ਕਾਇਨਾਤ ਦੇ ਅੰਦਰ ਕੋਈ ਵੀ ਇਹੋ ਜਿਹੀ ਥਾਂ, ਕੋਈ ਵੀ ਇਹੋ ਜਿਹੀ ਜਗ੍ਹਾ ਮੌਜੂਦ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ ਹੈ। ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਨੂੰ ਆਪਣੇ ਹਿਰਦੇ ਦੇ ਘਰ ਵਿੱਚੋਂ ਹੀ ਲੱਭ ਲਿਆ ਹੈ। ਉਹ ਪਰਮਾਤਮਾ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਨਾ, ਤੇ ਜੇ ਉਹਨੂੰ ਲੱਭਣਾ ਹੈ ਤੇ ਇਹ ਨਹੀਂ ਕਿ ਹਰ ਜਗ੍ਹਾ ਤੇ ਭਟਕਦੇ ਫਿਰੀਏ। ਉਸ ਵਾਹਿਗੁਰੂ ਨੂੰ ਲੱਭਣ ਦੇ ਵਾਸਤੇ ਆਪਣੇ ਅੰਦਰ ਨੂੰ ਖੋਜਣਾ ਪਏਗਾ। ਤੇ ਕਹਿੰਦੇ ਉਹ ਗੁਰੂ ਦੀ ਰਹਿਮਤ ਨਾਲ ਹੁੰਦਾ ਹੈ। ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਉਸਨੂੰ ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਲੱਭ ਲਿਆ ਏ। ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਸਦਾ ਸਰੇਵੀ, ਮੈਂ ਸਦਾ ਉਸ ਪਰਮਾਤਮਾ ਨੂੰ ਸਿਮਰਦਾ ਹਾਂ, ਇੱਕ ਮਨ ਦੇ ਨਾਲ ਉਸ ਪਰਮਾਤਮਾ ਨੂੰ ਧਿਆਉਂਦਾ ਹਾਂ। ਗੁਰਮੁਖ ਸੱਚ ਸਮਾਵਣਿਆ। ਜਿਹੜਾ ਵੀ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਨਾ, ਸੱਚ ਸਮਾਵਣਿਆ, ਸਦਾ ਵਾਸਤੇ ਉਸ ਸੱਚ ਸਥਿਰ ਪਰਮਾਤਮਾ ਦੇ ਅੰਦਰ ਉਹ ਜੀਵ ਜਿਹੜਾ ਹੈ ਉਹ ਸਮਾ ਜਾਂਦਾ ਹੈ। ਹਉ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ। ਰਹਾਉ। ਕਹਿੰਦੇ ਹਉ ਵਾਰੀ ਜੀਓ ਵਾਰੀ, ਮੈਂ ਵਾਰੀ ਹਾਂ, ਬਲਿਹਾਰ ਹਾਂ, ਕੁਰਬਾਨ ਹਾਂ ਉਹਨਾਂ ਦੇ ਉੱਪਰੋਂ। ਜਗ ਜੀਵਨ ਮਨ ਵਸਾਵਣਿਆ। ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਪਰਮਾਤਮਾ ਹੈ, ਵੀ ਵਾਹਿਗੁਰੂ ਦਾ ਇੱਕ ਨਾਂ ਹੈ। ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ। ਹਰ ਜਗ ਜੀਵਨ ਨਿਰਭਉ ਦਾਤਾ। ਕਹਿੰਦੇ ਉਹ ਹਰ ਜਗ ਜੀਵਨ ਹੈ, ਸਭ ਨੂੰ ਜੀਵਨ ਦੇਣ ਵਾਲਾ ਹੈ। ਨਿਰਭਉ ਹੈ, ਕਿਸੇ ਦਾ ਡਰ ਨਹੀਂ ਉਹਨੂੰ। ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਗੁਰਮਤ ਸਹਿਜ ਸਮਾਵਣਿਆ। ਜਿਹੜਾ ਇਨਸਾਨ ਗੁਰੂ ਦੀ ਮੱਤ ਲੈਂਦਾ ਹੈ ਨਾ, ਤੇ ਗੁਰੂ ਦੀ ਮੱਤ ਲੈ ਕੇ ਫਿਰ ਉਹ ਸਹਿਜ ਸਮਾਵਣਿਆ, ਸਹਿਜ ਅਵਸਥਾ ਦੇ ਅੰਦਰ ਜਿਹੜਾ ਉਹ ਟਿਕਿਆ ਰਹਿੰਦਾ। ਆਤਮਕ ਅਡੋਲਤਾ ਦੇ ਅੰਦਰ ਉਹ ਇਨਸਾਨ ਟਿਕਿਆ ਰਹਿੰਦਾ ਹੈ। ਜਿਹੜਾ ਹਰੀ ਜਗਜੀਵਨ ਨਿਰਭਉ ਤੇ ਦਾਤੇ ਪਰਮਾਤਮਾ ਨੂੰ ਸਿਮਰਦਾ ਹੈ ਨਾ, ਉਹ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਟਿਕਿਆ ਰਹਿੰਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਘਰ ਮਹਿ ਧਰਤੀ ਧੌਲ ਪਾਤਾਲਾ, ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤ ਸਹਿਜ ਸਮਾਵਣਿਆ। ਕਹਿੰਦੇ ਘਰ ਮਹਿ ਧਰਤੀ ਧੌਲ ਪਾਤਾਲਾ। ਪਾਤਾਲਾ ਸ਼ਬਦ ਹੈ, ਅਰਥ ਇਹਦੇ ਪਤਾਲ ਹੀ ਨੇ, ਪਰ ਪੱਪੇ ਨੂੰ ਵੀ ਕਰਨਾ ਹੈ। ਵੇਖੋ ਇਹਨੂੰ ਪਾਤਾਲਾ ਪੜਿਆ ਜਾਏਗਾ। ਕਹਿੰਦੇ ਘਰ ਮਹਿ ਧਰਤੀ ਧੌਲ ਪਾਤਾਲਾ। ਜਿਹੜਾ ਪਰਮਾਤਮਾ ਧਰਤੀ ਤੇ ਪਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿੱਚ ਵੀ ਵਸਦਾ ਹੈ। ਘਰ ਮਹਿ ਇਸ ਹਿਰਦੇ ਦੇ ਅੰਦਰ ਵੀ ਵਸਦਾ ਹੈ। ਉਹ ਜਿਹੜਾ ਧਰਤੀ ਦਾ ਆਸਰਾ ਹੈ। ਵੈਸੇ ਧਰਤੀ ਜਿਹੜਾ ਧੌਲ ਸ਼ਬਦ ਹੈ ਨਾ, ਧੌਲ ਦਾ ਅਰਥ ਹੈ ਵੈਸੇ ਬਲਦ। ਜਿਹਨੂੰ ਜਪਜੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਹਾਂ ਨਾ, ਧੌਲ ਧਰਮ ਦਇਆ ਕਾ ਪੂਤ। ਧੌਲ ਦਾ ਅਰਥ ਬਲਦ ਹੈ। ਬਲਦ ਦਾ ਇੱਥੇ ਭਾਵ ਹੈ ਆਸਰਾ। ਕਹਿੰਦੇ ਨਾ ਬਲਦ
ਨੇ ਧਰਤੀ ਚੱਕੀ ਹੋਈ ਹੈ ਇੱਥੇ, ਤਾਂ ਕਰਕੇ ਲਖਾਇਕ ਲੈ ਕੇ ਇਹਦਾ ਅਰਥ ਆਸਰਾ ਹੈ। ਕਹਿੰਦੇ ਉਹ ਜਿਹੜਾ ਧਰਤੀ ਦਾ ਆਸਰਾ ਹੈ, ਪਤਾਲ ਦਾ ਆਸਰਾ ਹੈ, ਉਹ ਇਨਸਾਨ ਦੇ ਹਿਰਦੇ ਘਰ ਵਿੱਚ ਹੀ ਵਸਦਾ ਹੈ। ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ। ਉਹ ਪ੍ਰੀਤਮ ਪ੍ਰਭੂ, ਬਾਲਾ ਦਾ ਅਰਥ ਜਿਹੜਾ ਸਦਾ ਜਵਾਨ ਰਹਿਣ ਵਾਲਾ, ਉਹ ਹਰੇਕ ਹਿਰਦੇ ਘਰ ਦੇ ਅੰਦਰ ਵਸਦਾ ਹੈ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਜਿਹੜਾ ਗੁਰੂ ਦੀ ਮੱਤ ਲੈ ਕੇ ਉਸ ਸੁਖ ਦਾਤੇ ਪ੍ਰਮਾਤਮਾ ਨੂੰ ਸਿਮਰਦਾ ਹੈ ਨਾ, ਸੱਚੇ ਪਾਤਸ਼ਾਹ ਕਹਿੰਦੇ ਉਹ ਸਦਾ ਫਿਰ ਆਤਮਿਕ ਆਨੰਦ ਵਿੱਚ ਰਹਿੰਦਾ ਹੈ। ਉਹ ਕਦੇ ਡੋਲਦਾ ਨਹੀਂ ਹੈ, ਸਦਾ ਹੀ ਆਤਮਿਕ ਆਨੰਦ ਵਿੱਚ ਉਹ ਬਣਿਆ ਰਹਿੰਦਾ ਹੈ। ਅੱਗੇ ਮੇਰੇ ਪਾਤਸ਼ਾਹ ਜੀ ਨੇ ਆਖਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਗੁਰਮੁਖ ਹੋਵੈ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ। ਕਹਿੰਦੇ ਕਾਇਆ ਅੰਦਰ ਹਉਮੈ ਮੇਰਾ। ਜਿਸ ਮਨੁੱਖ ਦੇ ਹਿਰਦੇ ਦੇ ਅੰਦਰ, ਕਾਇਆ ਦੇ ਅੰਦਰ ਹਉਮੈ ਹੈ, ਮਮਤਾ ਹੈ, ਮੈਂ ਮੇਰੀ ਹੈ ਜਿਹਦੇ ਅੰਦਰ, ਜਿਹੜਾ ਇਨਸਾਨ ਹਮੇਸ਼ਾ ਮੇਰੀ ਮੇਰੀ ਕਰਦਾ ਰਹਿੰਦਾ ਵੀ ਇਹ ਵੀ ਮੇਰਾ, ਉਹ ਵੀ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਗੁਰੂ ਸਾਹਿਬ ਕਹਿੰਦੇ ਭਾਈ, ਉਹ ਜੰਮਦਾ ਹੈ, ਮਰਦਾ ਹੈ, ਉਹਦਾ ਜਿਹੜਾ ਆਵਾਗਾਉਣ ਹੈ ਨਾ ਚੂਕਾ ਫੇਰਾ, ਉਹਦਾ ਫੇਰਾ ਜਿਹੜਾ ਹੈ ਨਾ, ਵਾਰ-ਵਾਰ ਜੰਮਣ ਮਰਨ ਦਾ ਆਵਾਗਮਨ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ, ਜਿਹਦੇ ਅੰਦਰ ਹਉਮੈ ਹੈ, ਮੈਂ ਮੇਰੇ ਦੀ ਭਾਵਨਾ ਹੈ। ਪਰ ਗੁਰਮੁਖ ਹੋਵੈ ਸੋ ਹਉਮੈ ਮਾਰੇ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਗੁਰਮੁਖ ਹੈ ਨਾ, ਗੁਰੂ ਵਾਲਾ ਬਣ ਗਿਆ, ਉਹਨੇ ਹਉਮੈ ਨੂੰ ਮਾਰਿਆ, ਇਹ ਸੱਚੋ ਸੱਚ ਧਿਆਵਣਿਆ। ਉਹ ਸਦਾ ਉੱਥੇ ਰਹਿਣ ਵਾਲੇ ਪ੍ਰਮਾਤਮਾ ਨੂੰ, ਸੱਚੋ ਜਿਹੜਾ ਸੱਚ ਹੈ ਨਾ, ਉਹਨੂੰ ਹੀ ਸਿਮਰਦਾ ਹੈ, ਧਿਆਉਂਦਾ ਹੈ। ਪਰ ਗੁਰਮੁਖ ਨੇ ਆਪਣੇ ਅੰਦਰੋਂ ਹਉਮੈ ਵੀ ਮਾਰ ਲਈ ਹੈ, ਇਹ ਗੱਲ ਹੈ। ਜਿਹੜਾ ਗੁਰਮੁਖ ਨਹੀਂ ਹੈ, ਜਿਹਦੇ ਅੰਦਰ ਮੈਂ ਹੈ, ਮੇਰਾ ਹੈ, ਉਹ ਆਉਂਦਾ ਜਾਂਦਾ ਹੈ, ਭਟਕਦਾ ਰਹਿੰਦਾ ਹੈ। ਪਰ ਗੁਰਮੁਖ ਨੇ ਅੰਦਰੋਂ ਹਉਮੈ ਮਾਰ ਲਈ ਤੇ ਉਹ ਸੱਚੇ ਪ੍ਰਮਾਤਮਾ ਨੂੰ, ਜਿਹੜਾ ਸੱਚ ਹੈ, ਉਹਨੂੰ ਧਿਆਉਣ ਲੱਗ ਪਿਆ। ਕਾਇਆ ਅੰਦਰ ਪਾਪ ਪੁੰਨ ਦੋਇ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਦੋਵੇਂ ਮਾਰ ਜਾਏ ਇਕਤ ਘਰ ਆਵੈ, ਗੁਰਮਤਿ ਸਹਿਜ ਸਮਾਵਣਿਆ। ਕਾਇਆ ਅੰਦਰ ਪਾਪ ਪੁੰਨ ਦੋਇ ਭਾਈ। ਕਹਿੰਦੇ ਜਿਹੜਾ ਇਨਸਾਨ ਦੇ ਅੰਦਰ ਹਉਮੈ ਦਾ ਪ੍ਰਭਾਵ ਹੈ ਨਾ, ਉਹਦੇ ਸਰੀਰ ਵਿੱਚ ਹਉਮੈ ਤੋਂ ਪੈਦਾ ਹੋਏ ਦੋਵੇਂ ਭਰਾ ਜਿਹੜੇ ਆ, ਪਾਪ ਤੇ ਪੁੰਨ, ਇਹ ਹਉਮੈ ਤੋਂ ਪੈਦਾ ਹੁੰਦੇ ਨੇ, ਪਾਪ ਤੇ ਪੁੰਨ। ਇਹ ਦੋਵੇਂ ਭਰਾ ਨੇ ਤੇ ਉਹਦੇ ਅੰਦਰ ਵਸਦੇ ਨੇ ਦੋਵੇਂ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਇਹ ਦੋਵੇਂ ਭਰਾ ਨੇ, ਪਾਪ ਤੇ ਪੁੰਨ। ਇੱਕ ਪਾਪ ਹੈ ਪਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲਾ, ਇੱਕ ਪੁੰਨ ਹੈ। ਪਰ ਪਾਤਸ਼ਾਹ ਕਹਿੰਦੇ ਦੋਵੇਂ ਭਾਈ ਨੇ, ਇਹ ਇਨਸਾਨ ਦੀ ਕਾਇਆ ਦੇ ਅੰਦਰ ਹੀ ਰਹਿੰਦੇ ਨੇ। ਦੋਹੀ ਮਿਲ ਕੇ ਸ੍ਰਿਸ਼ਟ ਉਪਾਈ, ਇਹਨਾਂ ਦੋਵਾਂ ਨੇ ਮਿਲ ਕੇ ਦੁਨੀਆ ਪੈਦਾ ਕੀਤੀ। ਅਸਲ ਵਿੱਚ ਹਉਮੈ ਵਿਕਾਰ ਸਾਨੂੰ ਜੰਮਣ ਮਰਨ ਲਈ ਵਾਰ-ਵਾਰ ਲੈ ਕੇ ਆਉਂਦੇ ਨੇ, ਤੇ ਫਿਰ ਉਹ ਦੁਨੀਆ ਪੈਦਾ ਇਸੇ ਤਰ੍ਹਾਂ ਹੀ ਦੁਨੀਆ ਚੱਲ ਰਹੀ ਹੈ। ਦੋਵੇਂ ਮਾਰ ਜਾਏ ਇਕਤ ਘਰ ਆਵੇ। ਜਿਹੜਾ ਮਨੁੱਖ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਇਹਨਾਂ ਦੋਵਾਂ ਨੂੰ ਮਾਰਦਾ ਹੈ ਨਾ, ਤੇ ਉਹ ਇਕਤ ਘਰ ਆਵੇ। ਇਕਤ ਘਰ ਕਿਹੜਾ ਹੈ? ਪਰਮਾਤਮਾ ਦਾ ਘਰ। ਉਹ ਫਿਰ ਉਸ ਘਰ ਦੇ ਅੰਦਰ ਪਹੁੰਚ ਜਾਂਦਾ ਹੈ। ਜਿਹਨੇ ਦੁਬਿਧਾ ਮਾਰ ਲਈ ਨਾ, ਜਿਹਨੇ ਪਾਪ ਪੁੰਨ ਦੀ ਇਹ ਅੰਦਰੋਂ ਬਾਹਰ ਕੱਢ ਲਿਆ ਸਭ ਕੁਝ, ਉਹ ਫਿਰ ਉਸ ਪਰਮਾਤਮਾ ਦੇ ਇਕਤ ਘਰ ਵਿੱਚ ਟਿਕ ਜਾਂਦਾ ਹੈ। ਗੁਰਮਤਿ ਸਹਿਜ ਸਮਾਵਣਿਆ। ਉਹ ਫਿਰ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਦੇ ਅੰਦਰ ਸਮਾ ਜਾਂਦਾ ਹੈ, ਟਿਕਿਆ ਰਹਿੰਦਾ ਹੈ। ਘਰ ਹੀ ਮਾਹੇ ਦੂਜੈ ਭਾਏ ਹਨੇਰਾ, ਚਾਨਣ ਹੋਵੈ ਛੋੜੈ ਹਉਮੈ ਮੇਰਾ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅਨਦਿਨ ਨਾਮ ਧਿਆਵਣਿਆ। ਕਹਿੰਦੇ ਘਰ ਹੀ ਮਾਹੇ ਦੂਜੈ ਭਾਏ ਹਨੇਰਾ। ਸੱਚੇ ਪਾਤਸ਼ਾਹ ਕਹਿੰਦੇ ਘਰ ਹੀ ਮਾਹੇ, ਪਰਮਾਤਮਾ ਜਿਸਦੇ ਹਿਰਦੇ ਘਰ ਵਿੱਚ ਵਸਦਾ ਹੈ ਨਾ, ਪਰ ਹੈ ਕੀ? ਘਰ ਹੀ ਮਾਏ ਹੈ ਤੇ ਪਰਮਾਤਮਾ ਘਰ ਦੇ ਅੰਦਰ ਹੀ, ਇਸੇ ਹਿਰਦੇ ਦੇ ਵਿੱਚ ਹੀ ਹੈ। ਪਰ ਜਦੋਂ ਦੂਜੇ ਭਾਏ ਮਾਇਆ ਵਾਲੇ ਪਾਸੇ ਲੱਗ ਜਾਂਦਾ ਹੈ ਬੰਦਾ, ਫਿਰ ਹਨੇਰਾ ਹੁੰਦਾ ਹੈ। ਹਨੇਰੇ ਵਿੱਚ ਪਾਤਸ਼ਾਹ ਜੀ ਕਹਿੰਦੇ ਕੁਝ ਨਜ਼ਰ ਹੀ ਨਹੀਂ ਆਉਂਦਾ, ਪਰਮਾਤਮਾ ਬੈਠਾ ਵੀ ਨਜ਼ਰ ਨਹੀਂ ਨਾ ਆਉਂਦਾ। ਇੱਕ ਪੰਕਤੀ ਥੋੜੀ ਜਿਹੀ ਸਾਂਝੀ ਕਰਾਂ ਤੁਹਾਡੇ ਨਾਲ। ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ, ਇੱਕ ਸਿੱਖ ਆਇਆ, ਕਹਿੰਦਾ ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਵੀ ਪ੍ਰਮਾਤਮਾ ਬੜਾ ਨੇੜੇ ਵਸਦਾ ਹੈ, ਪ੍ਰਮਾਤਮਾ ਅੰਦਰ ਵਸਦਾ ਹੈ, ਤੇ ਫਿਰ ਉਹ ਦਿਸਦਾ ਕਿਉਂ ਨਹੀਂ ਹੈ? ਪ੍ਰਮਾਤਮਾ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਫਿਰ ਗੁਰੂ ਸਾਹਿਬ ਕਹਿੰਦੇ ਹਾਂ ਬਈ ਵਸਦਾ ਤੇ ਅੰਦਰ ਹੀ ਹੈ, ਬੜਾ ਨੇੜੇ ਹੈ,
ਸਿੱਖ ਕਹਿੰਦਾ ਬਾਦਸ਼ਾਹ ਫਿਰ ਕੋਈ ਪਰਦਾ ਹੈ ਵਿੱਚ? ਕਹਿੰਦੇ ਪਰਦਾ ਤਾਂ ਹੈ, ਪਰ ਉਹ ਭੰਬੀਰੀ ਦੇ ਖੰਭ ਵਰਗਾ ਹੈ। ਭੰਬੀਰੀ ਦਾ ਖੰਭ ਟਰਾਂਸਪੇਰੈਂਟ ਹੁੰਦਾ ਹੈ, ਪਾਰਦਰਸ਼ੀ। ਸੱਚੇ ਬਾਦਸ਼ਾਹ ਕਹਿੰਦੇ ਵੀ ਹੈ ਤੇ ਉਹ ਟਰਾਂਸਪੇਰੈਂਟ ਪਾਰਦਰਸ਼ੀ ਹੈ, ਭੰਬੀਰੀ ਦੇ ਖੰਭ ਵਰਗਾ ਪਰਦਾ ਹੈ। ਸਿੱਖ ਕਹਿੰਦਾ ਬਾਦਸ਼ਾਹ ਵੀ ਜੇ ਪਰਦਾ ਇਹੋ ਜਿਹਾ ਹੈ, ਫਿਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਪ੍ਰਮਾਤਮਾ ਦਿਸਦਾ ਕਿਉਂ ਨਹੀਂ? ਤੇ ਗੁਰੂ ਸਾਹਿਬ ਕਹਿੰਦੇ ਵੀ ਉਹਦਾ ਇੱਕ ਕਾਰਨ ਹੈ, ਉਹ ਦਿਸਦਾ ਕਿਉਂ ਨਹੀਂ। ਉਹ ਅਸਲ ਦੇ ਅੰਦਰ ਨਾ ਅਸੀਂ ਜੀਵਾਂ ਨੇ ਹਉਮੈ ਦੀ ਕੰਧ ਵਿੱਚ ਕਰ ਲਿਆ ਕੇ ਖੜੀ ਕਰ ਦਿੱਤੀ ਆਪਣੇ ਤੇ ਪ੍ਰਮਾਤਮਾ। ਉਹ ਹਉਮੈ ਦੀ ਕੰਧ ਅਸੀਂ ਖੜੀ ਕੀਤੀ ਹੈ, ਪ੍ਰਮਾਤਮਾ ਨਹੀਂ। ਇਸ ਕਰਕੇ ਉਹ ਕੰਧ ਦੇ ਦੂਜੇ ਪਾਸੇ ਖੜਾ, ਸਾਨੂੰ ਦਿਸਦਾ ਹੀ ਨਹੀਂ ਵਾਹਿਗੁਰੂ ਜਿਹੜਾ। ਤਾਂ ਹੀ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਉਹ ਕਹਿੰਦੇ ਹਉ ਹਉ ਭੀਤ ਭਇਓ ਹੈ ਬੀਚੋ। ਭੀਤ ਕਹਿੰਦੇ ਨੇ ਦੀਵਾਰ ਨੂੰ, ਕੰਧ ਨੂੰ। ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟ ਆਇਓ। ਸੁਣਿਆ ਬੜਾ ਦੇਸ਼ ਉਹਦਾ ਨੇੜੇ ਹੈ, ਭਾਂਬੀ ਦੀ ਕੇ ਪਾਤ ਪਰਦੋ, ਬਿਨ ਭੇਖਿਆ ਦੂਰ ਆਇਓ। ਭੰਬੀਰੀ ਦੇ ਖੰਭ ਵਰਗਾ ਪਰਦਾ ਹੈ, ਪਰ ਇਨਸਾਨ ਨੇ ਹਉਮੈ ਜਿਹੜੀ ਹੈ ਨਾ, ਉਹ ਲਿਆ ਕੇ ਵਿੱਚ ਕਰ ਖੜੀ ਕਰ ਦਿੱਤੀ ਆਪਣੇ ਤੇ ਉਸ ਵਾਹਿਗੁਰੂ ਦੇ। ਇਹੀ ਇੱਥੇ ਸ਼ਬਦ ਜ਼ਿਕਰ ਕੀਤਾ, ਘਰ ਹੀ ਮਾਹੇ, ਕਿ ਪ੍ਰਮਾਤਮਾ ਹੈ ਘਰ ਦੇ ਅੰਦਰ ਹੀ, ਪਰ ਦੂਜਾ ਭਾਏ ਹਨੇਰਾ। ਅਸੀਂ ਦੂਜਾ ਭਾਵ ਸਾਡੇ ਅੰਦਰ ਮਾਇਆ ਵਾਲਾ ਵੱਸਦਾ ਹੈ, ਤੇ ਉਹਦੇ ਕਾਰਨ ਹਨੇਰਾ ਹੈ, ਤੇ ਹਨੇਰੇ ਵਿੱਚ ਕੁਝ ਨਜ਼ਰ ਨਹੀਂ ਆਉਂਦਾ, ਹੈ ਅੰਦਰ ਹੀ। ਚਾਨਣ ਹੋਵੇ ਛੋੜੈ ਹਉਮੈ ਮੇਰਾ। ਕਹਿੰਦੇ ਜਦੋਂ ਗੁਰੂ ਦੀ ਸ਼ਰਨ ਪੈਂਦਾ ਹੈ ਨਾ ਮਨੁੱਖ, ਆਪਣੇ ਅੰਦਰੋਂ ਹਉਮੈ ਤੇ ਮੇਰਾ, ਵੇਖੋ ਚਾਨਣ ਹੋਵੇ। ਕਦੋਂ ਚਾਨਣ ਹੁੰਦਾ ਹੈ? ਜਦੋਂ ਛੋੜੈ ਹਉਮੈ ਮੇਰਾ। ਜਦੋਂ ਇਨਸਾਨ ਆਪਣੇ ਅੰਦਰੋਂ ਹਉਮੈ ਮੈਂ ਮੇਰੇ ਦੀ ਜਿਹੜੀ ਭਾਵਨਾ ਹੈ ਨਾ, ਮੇਰਾ 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 ਮੇਰੇ ਮੇਰੀ ਮੇਰੀ ਕਰਤੇ ਜਨਮ ਗਏ, ਆਹ ਹਾਲਤ ਸਾਡੀ। ਜਦੋਂ ਮੈਂ ਮੇਰੀ ਦੀ ਭਾਵਨਾ ਖਤਮ ਹੋ ਜਾਂਦੀ ਨਾ ਅੰਦਰੋਂ, ਫਿਰ ਚਾਨਣ ਹੁੰਦਾ ਹੈ। ਤੇ ਪ੍ਰਗਟ ਸ਼ਬਦ ਹੈ ਸੁਖ ਦਾਤਾ, ਅਨਦਿਨ ਨਾਮ ਧਿਆਵਣਿਆ। ਕਹਿੰਦੇ ਪ੍ਰਗਟ ਸ਼ਬਦ ਹੈ ਸੁਖ ਦਾਤਾ। ਸ਼ਬਦ ਸੱਚਮੁੱਚ ਹੀ ਸੁਖ ਦਾਤਾ ਹੈ। ਸ਼ਬਦ ਦੇ ਨਾਲ ਹੀ ਜਿਹੜਾ ਸੁਖ ਦਾਤਾ ਹੈ ਉਹ ਅੰਦਰੋਂ ਪ੍ਰਗਟ ਹੁੰਦਾ ਹੈ। ਪ੍ਰਗਟ ਸ਼ਬਦ ਹੈ ਸੁਖ ਦਾਤਾ। ਸ਼ਬਦ ਦੀ ਰਾਹੀਂ ਅੰਦਰੋਂ ਪ੍ਰਗਟ ਹੁੰਦਾ ਹੈ। ਅਨੰਦਿਨ ਨਾਮ ਧਿਆਵਣਿਆ। ਤੇ ਇਹ ਉਹਨਾਂ ਨੂੰ ਪ੍ਰਗਟ ਹੁੰਦਾ ਹੈ ਜਿਹੜੇ ਦਿਨ ਰਾਤ ਅਨੰਦਿਨ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਨਾਮ ਨੂੰ ਸਿਮਰਦੇ ਨੇ। ਵੇਖੋ ਪ੍ਰਮਾਤਮਾ ਅੰਦਰ ਹੈ, ਘਰ ਹੀ ਮਾਹੇ, ਦੂਜਾ ਭਾਏ ਹਨੇਰਾ। ਚਾਨਣ ਹੋਵੇ ਛੋੜੈ ਹਉਮੈ ਮੇਰਾ। ਜਦੋਂ ਹਉਮੈ ਮੈਂ ਮੇਰਾ ਛੱਡਤਾ, ਚਾਨਣ ਹੋ ਗਿਆ, ਫਿਰ ਪ੍ਰਗਟ ਸ਼ਬਦ ਹੈ ਸੁਖ ਦਾਤਾ। ਸ਼ਬਦ ਦੀ ਰਾਹੀਂ ਉਹ ਸੁਖ ਦਾਤਾ ਪ੍ਰਗਟ ਹੁੰਦਾ ਹੈ, ਜਿਹੜੇ ਹਰ ਵੇਲੇ ਨਾਮ ਨੂੰ ਧਿਆਉਂਦੇ ਨੇ। ਅੱਗੇ ਬਾਦਸ਼ਾਹ ਨੇ ਆਖਿਆ, ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਕਹਿੰਦੇ ਅੰਤਰ ਜੋਤ ਪ੍ਰਗਟ ਪਾਸਾਰਾ। ਅੰਤਰ ਜੋਤ ਪ੍ਰਗਟ ਪਾਸਾਰਾ, ਉਹ ਜਿਹੜੀ ਜੋਤ ਹੈ ਨਾ, ਉਹ ਸਾਡੇ ਅੰਦਰ ਹੈ। ਉਸ ਪ੍ਰਮਾਤਮਾ ਦੀ ਜੋਤ ਜਿਹਨੇ ਸਾਰੇ ਪਸਾਰੇ ਨੂੰ ਪ੍ਰਗਟ ਕੀਤਾ, ਜਿਹਨੇ ਸਾਰਾ ਪਸਾਰਾ ਜੋ ਵੀ ਦਿਸਦਾ, ਸਾਰਾ ਪਸਾਰਾ ਹੈ, ਦਿਸਦਾ ਅਣਦਿਸਦਾ, ਉਹਨੂੰ ਪ੍ਰਗਟ ਕਰਨ ਵਾਲਾ ਪ੍ਰਮਾਤਮਾ, ਉਹਦੀ ਜੋਤ ਅੰਤਰ ਹੈ, ਅੰਦਰ ਹੈ ਸਾਡੇ। ਗੁਰ ਸਾਖੀ ਮਿਟਿਆ ਅੰਧਿਆਰਾ। ਗੁਰੂ ਦੀ ਸਿੱਖਿਆ, ਸਾਖੀ ਦਾ ਅਰਥ ਹੈ ਸਿੱਖਿਆ। ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਅੰਦਰੋਂ ਜਿਹੜਾ ਅਗਿਆਨਤਾ ਦਾ ਹਨੇਰਾ ਉਹ ਮਿਟਦਾ ਹੈ। ਫਿਰ ਕੀ ਹੁੰਦਾ ਹੈ? ਕਮਲ ਵਿਗਾਸ। ਫਿਰ ਹਿਰਦਾ ਕਮਲ ਜਿਹੜਾ ਉਹ ਖਿੜ ਜਾਂਦਾ ਹੈ। ਕਮਲ ਦਾ ਅਰਥ ਇੱਥੇ ਹਿਰਦਾ ਹੈ, ਵਿਗਾਸ ਦਾ ਅਰਥ ਹੈ ਖਿੜਨਾ। ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ, ਸਦਾ ਸੁਖ ਪਾਇਆ। ਫਿਰ ਜਿਹਦਾ ਹਿਰਦਾ ਕਮਲ ਖਿੜ ਗਿਆ, ਉਹਨੂੰ ਸਦਾ ਸੁਖ ਮਿਲੇਗਾ। ਜੋਤੀ ਜੋਤ ਮਿਲਾਵਣਿਆ। ਉਹਦੀ ਜੋਤ ਉਸ ਪ੍ਰਮਾਤਮਾ ਦੀ ਜੋਤ ਵਿੱਚ ਸਦਾ ਲਈ ਮਿਲ ਜਾਂਦੀ ਹੈ। ਫਿਰ ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਕਹਿੰਦੇ ਅੰਦਰ ਮਹਿਲ ਰਤਨੀ ਭਰੇ ਭੰਡਾਰਾ। ਅੰਦਰ ਮਹਿਲ, ਇਹ ਅੰਦਰ ਜਿਹੜਾ ਹੈ ਉਹ ਇੱਕ ਮਹਿਲ ਦੀ ਨਿਆਈ ਹੈ। ਰਤਨੀ ਭਰੇ ਭੰਡਾਰਾ, ਪਾਤਸ਼ਾਹ ਕਹਿੰਦੇ ਇਹਦੇ ਵਿੱਚ ਰਤਨਾਂ ਦੇ ਖਜ਼ਾਨੇ ਭਰੇ ਪਏ ਨੇ। ਇਹ ਸਾਡੇ ਮਹਿਲ ਦੇ ਅੰਦਰ ਰਤਨਾਂ ਦੇ ਖਜ਼ਾਨੇ ਭਰੇ ਪਏ ਨੇ। ਗੁਰੂ ਸਾਹਿਬ ਕਹਿੰਦੇ ਗੁਰਮੁਖ ਪਾਏ ਨਾਮ ਅਪਾਰਾ। ਪਰ ਗੁਰਮੁਖ ਪਾਏ ਮਿਲਦੇ ਕਿਹਨੂੰ ਨੇ? ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ। ਇਹ ਨਾਮ ਅਪਾਰਾ, ਜਿਹੜਾ ਅਪਾਰ ਪ੍ਰਮਾਤਮਾ ਬੇਅੰਤ ਪ੍ਰਭੂ ਦਾ ਨਾਮ ਹੈ, ਇਹ ਵੀ ਇੱਕ ਖਜ਼ਾਨਾ ਹੈ, ਇਹ ਵੀ ਸਾਡੇ ਅੰਦਰ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਵਾਲਾ ਬਣਦਾ ਨੇ, ਇਸ ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰਦਾ। ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਗੁਰਮੁਖ, ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ, ਵਣਜੇ ਸਦਾ ਵਪਾਰੀ,
ਉਹ ਨਾਮ ਦਾ ਵਪਾਰੀ ਬਣ ਕੇ ਆਤਮਿਕ ਗੁਣ ਦੇ ਜਿਹੜੇ ਰਤਨ ਨੇ ਨਾ ਉਹਦਾ ਵਪਾਰ ਕਰਦਾ ਹੈ ਸਦਾ। ਗੁਰੂ ਦੇ ਵੱਲ ਮੂੰਹ ਕਰਨ ਵਾਲਾ, ਗੁਰੂ ਵਾਲਾ, ਉਹ ਝੂਠੇ ਵਣਜ ਨਹੀਂ ਵਣਜਦਾ, ਝੂਠਿਆਂ ਦਾ ਵਪਾਰ ਨਹੀਂ ਕਰਦਾ। ਲਾਹਾ ਨਾਮ ਸਦ ਪਾਵਣਿਆ। ਅਸਲ ਲਾਹਾ ਕੀ ਹੈ, ਲਾਭ ਕੀ ਹੈ? ਪ੍ਰਮਾਤਮਾ ਦਾ ਨਾਮ ਤੇ ਗੁਰਮੁਖ ਨੂੰ ਉਹੀ ਨਾਮ ਮਿਲਦਾ, ਉਹ ਪ੍ਰਾਪਤ ਕਰ ਲੈਂਦਾ ਉਹਨੂੰ। ਫਿਰ ਮੇਰੇ ਪਾਤਸ਼ਾਹ ਨੇ ਆਖਿਆ, ਆਪੇ ਵੱਥ ਰਾਖੈ ਆਪੇ ਦੇ, ਗੁਰਮੁਖ ਵਣਜਹਿ ਕੇ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਕਹਿੰਦੇ ਆਪੇ ਵੱਥ ਰਾਖੈ ਆਪੇ ਦੇ। ਉਹ ਪ੍ਰਮਾਤਮਾ ਜਿਹੜਾ ਹੈ ਨਾ, ਆਪੇ ਵੱਥ ਰਾਖੈ, ਆਪ ਹੀ ਜੀਵਾਂ ਦੇ ਅੰਦਰ ਉਹ ਵੱਥ ਰੱਖਦਾ ਹੈ। ਇਹ ਜਿਹੜੀ ਨਾਮ ਦੀ ਵੱਥ ਜਾਂ ਜਿਹੜੇ ਰਤਨੀ ਭਰੇ ਭੰਡਾਰਾ ਦੀ ਗੱਲ ਅੱਗੇ ਆ ਰਹੀ ਹੈ, ਜਾਂ ਅੰਦਰ ਹਉਮੈ ਜਿਹੜੀ ਰੱਖੀ ਹੈ ਉਹਨੂੰ ਬਾਹਰ ਕੱਢਦਾ, ਉਹ ਵੱਥ ਜਿਹੜੀ ਹੈ ਨਾ, ਉਹ ਵਸਤ ਜਿਹੜੀ ਹੈ ਜਿਹਦੇ ਨਾਲ ਪ੍ਰਮਾਤਮਾ ਪ੍ਰਗਟ ਹੋਏਗਾ, ਸੱਚੇ ਪਾਤਸ਼ਾਹ ਕਹਿੰਦੇ ਉਹ ਆਪ ਹੀ ਰੱਖਦਾ ਹੈ ਜੀਵਾਂ ਦੇ ਅੰਦਰ, ਆਪ ਹੀ ਦਿੰਦਾ ਹੈ ਉਹਨਾਂ ਨੂੰ। ਆਪੇ ਵੱਥ ਰੱਖੈ ਆਪੇ ਦੇ, ਗੁਰਮੁਖ ਵਣਜੇ ਕੇ। ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਵਣਜੇ, ਕੋਈ ਬਿਰਲੇ ਹੀ ਨੇ, ਭਾਗਾਂ ਵਾਲੇ ਨੇ ਜਿਹੜੇ ਇਹਨੂੰ ਵਣਜਦੇ ਨੇ। ਇਹਦਾ ਵਪਾਰ, ਵਣਜ ਦਾ ਅਰਥ ਵਪਾਰ, ਜਿਹੜੇ ਇਹਦਾ ਵਪਾਰ ਕਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਕੁਝ ਬਿਰਲੇ ਹੀ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਬਸ ਵੱਡੀ ਗੱਲ ਇਹ ਆ ਕਿ ਜਿਹਦੇ ਉੱਪਰ ਨਦਰ ਕਰਦਾ ਹੈ ਨਾ, ਰਹਿਮਤ ਕਰਦਾ ਹੈ, ਸੋ ਪਾਏ, ਉਸੇ ਨੂੰ ਇਹ ਵੱਤ ਪ੍ਰਾਪਤ ਹੁੰਦੀ ਹੈ, ਦੂਜੇ ਨੂੰ। ਕਰ ਕਿਰਪਾ ਮਨ ਵਸਾਵਣਿਆ। ਪ੍ਰਭੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਉਸਦੇ ਮਨ ਵਿੱਚ ਵੀ ਵਸਾਉਂਦਾ ਹੈ। ਵੇਖੋ, ਜਿਹਨੂੰ ਉਹ ਦਾਤ ਬਖਸ਼ਦਾ ਹੈ ਨਾ, ਨਾਨਕ ਜਿਸ ਨਦਰ ਕਰੇ ਸੋ ਪਾਏ, ਉਸੇ ਨੂੰ ਉਹ ਦਾਤ ਮਿਲਦੀ ਹੈ। ਫਿਰ ਅੱਗੇ ਮੇਰੇ ਪਾਤਸ਼ਾਹ ਅਗਲੇ ਸ਼ਬਦ ਵਿੱਚ, ਮਾਝ ਮਹੱਲਾ ਤੀਜਾ, ਮਾਝ ਰਾਗ ਦਾ ਨਾਮ, ਮਹੱਲਾ ਤੀਜਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਹਰਿ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਸੁਖ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਕਹਿੰਦੇ ਹਰ ਆਪੇ ਮੇਲੇ ਸੇਵ ਕਰਾਏ, ਪ੍ਰਮਾਤਮਾ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਦਾ ਹੈ ਤੇ ਆਪ ਹੀ ਉਹਨਾਂ ਦੇ ਕੋਲੋਂ ਭਗਤੀ ਬੰਦਗੀ ਸੇਵਾ ਜਿਹੜੀ ਉਹ ਕਰਵਾਉਂਦਾ ਹੈ। ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਦੂਜਾ ਭਾਉ ਅਸਲ ਦੇ ਅੰਦਰ ਨਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜਾ ਭਾਉ ਦਾ ਅਰਥ ਹੈ ਪ੍ਰਮਾਤਮਾ ਤੋਂ ਬਿਨਾਂ ਸਭ ਕੁਝ ਦੂਜਾ ਹੈ। ਜਦੋਂ ਅਸੀਂ ਪ੍ਰਮਾਤਮਾ ਤੋਂ ਬਾਹਰ ਹੋ ਜਾਂਦੇ ਹਾਂ, ਉਦੋਂ ਅਸੀਂ ਸਮਝ ਲਓ ਦੂਜੇ ਭਾਵ ਦੇ ਬਾਹਰ ਆ ਗਏ। ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਦੂਜਾ ਹੈ, ਕਿ ਗੁਰ ਕੈ ਸ਼ਬਦ ਭਾਵ ਦੂਜਾ ਜਾਏ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਜਿਹੜਾ ਦੂਜਾ ਭਾਵ ਹੈ ਨਾ, ਉਹ ਸਦਾ ਲਈ ਖਤਮ ਹੁੰਦਾ ਹੈ। ਹਰ ਨਿਰਮਲ ਸਦਾ ਗੁਣ ਦਾਤਾ, ਉਹ ਪ੍ਰਮਾਤਮਾ ਨਿਰਮਲ ਹੀ ਸਦਾ ਗੁਣਾਂ ਦਾ ਦਾਤਾ ਹੈ। ਹਰ ਗੁਣ ਮੈਂ ਆਪ ਸਮਾਵਣਿਆ, ਪ੍ਰਮਾਤਮਾ ਆਪ ਹੀ ਆਪਣੇ ਗੁਣਾਂ ਦੇ ਅੰਦਰ ਜੀਵ ਨੂੰ ਲੀਨ ਕਰਦਾ, ਸਮਾ ਲੈਂਦਾ ਹੈ ਆਪ। ਅੱਗੇ ਮੇਰੇ ਪਾਤਸ਼ਾਹ ਕਹਿੰਦੇ, ਵਾਉ ਵਾਰੀ ਜੀਓ ਵਾਰੀ, ਸਤ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਕਹਿੰਦੇ ਹਉ ਵਾਰੀ ਜੀਓ, ਮੈਂ ਵਾਰ-ਵਾਰ ਉਹਦੇ ਤੋਂ ਵਾਰਨੇ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ, ਸੱਚ ਸੱਚਾ ਹਿਰਦੈ ਵਸਾਵਣਿਆ। ਜਿਹੜੇ ਇਨਸਾਨ ਨੇ ਉਸ ਸੱਚੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਦੇ ਤੋਂ ਵਾਰਨੇ ਕੁਰਬਾਨ ਜਾਣਾ। ਸੱਚਾ ਨਾਮ ਸਦਾ ਹੈ ਨਿਰਮਲ, ਕਹਿੰਦੇ ਪਰਮਾਤਮਾ ਦਾ ਸੱਚਾ ਨਾਮ ਜਿਹੜਾ ਉਹ ਸਦਾ ਨਿਰਮਲ ਹੈ, ਨਿਰਮਲ, ਉਹਨੂੰ ਕਦੇ ਮਲ ਨਹੀਂ ਲੱਗਦੀ, ਉਹ ਪਵਿੱਤਰ ਹੈ। ਗੁਰ ਸ਼ਬਦੀ ਮਨ ਵਸਾਵਣਿਆ। ਤੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦਾ ਉਹ ਜਿਹੜਾ ਨਾਮ ਹੈ ਨਾ, ਉਹ ਇਸ ਹਿਰਦੇ ਘਰ ਦੇ ਅੰਦਰ ਆ ਕੇ ਵਸਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ। ਰਹਾਉ ਫਿਰ ਵਿਸ਼ਰਾਮ ਦੇ ਕੇ ਪਾਤਸ਼ਾਹ ਕਹਿੰਦੇ, ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵਹਿ ਗੁਰਮੁਖ ਹਰ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰ ਰਸ ਪਾਵਣਿਆ। ਕਹਿੰਦੇ ਆਪੇ ਗੁਰ ਦਾਤਾ ਕਰਮ ਵਿਦਾਤਾ। ਪ੍ਰਮਾਤਮਾ ਆਪ ਹੀ ਗੁਰੂ ਹੈ, ਦਾਤਾ ਆਪ ਹੀ ਹੈ, ਗੁਰੂ ਵੀ ਹੈ ਤੇ ਕਰਮ ਵਿਦਾਤਾ ਵੀ ਆਪ ਹੀ ਹੈ। ਆਪ ਹੀ ਜੀਵਾਂ ਨੂੰ ਕਰਮ ਵੀ ਜੀਵ ਨੂੰ ਆਪ ਬਖਸ਼ਦਾ ਹੈ, ਜੀਵ ਨੂੰ ਉਹਦੇ ਕੀਤੇ ਕਰਮਾਂ ਅਨੁਸਾਰ ਪੈਦਾ ਵੀ ਆਪ ਕਰਦਾ ਹੈ। ਆਪੇ ਗੁਰਦਾਤਾ ਹੈ, ਕਰਮ ਵਿਧਾਤਾ ਵੀ ਆਪ ਹੈ। ਸੇਵਕ ਸੇਵਹਿ ਗੁਰਮੁਖ ਹਰ ਜਾਤਾ।
ਕਹਿੰਦੇ ਸੇਵਕ ਸੇਵਾ ਹੈ, ਪ੍ਰਭੂ ਦੇ ਸੇਵਕ ਉਹਦੀ ਸੇਵਾ ਕਰਦੇ ਨੇ। ਗੁਰਮੁਖ ਹਰ ਜਾਤਾ, ਉਸ ਨਾਲ ਡੂੰਘੀ ਸਾਂਝ ਪਾਉਂਦੇ ਨੇ। ਤੇ ਦੂਜੀ ਗੱਲ ਇਹ ਆ ਵੀ ਗੁਰਮੁਖ ਹਰ ਜਾਤਾ, ਗੁਰੂ ਦੀ ਰਹਿਮਤ ਨਾਲ ਹੀ ਉਹਨੂੰ ਜਾਣਿਆ ਜਾਂਦਾ, ਉਸ ਪ੍ਰਮਾਤਮਾ ਨੂੰ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰ ਰਸ ਪਾਵਨਿਆ। ਅੰਮ੍ਰਿਤ ਨਾਮ ਸਦਾ ਜਨ ਸੋਹੈ। ਅਸਲ ਵਿੱਚ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਨਾ, ਉਹ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਸਦਾ ਜਨ ਸੋਹੈ, ਉਹਦੇ ਨਾਲ ਹੀ ਸਦਾ ਉਹਦੇ ਜਨ ਜਿਹੜੇ ਉਹ ਸੋਹਦੇ ਨੇ, ਸ਼ੋਭਾ ਪਾਉਂਦੇ ਨੇ। ਗੁਰਮਤਿ ਹਰ ਰਸ ਪਾਵਨਿਆ, ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਉਹ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਵੀ ਮਾਣਦੇ ਹਨ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰਾ ਗੁਰ ਹਉ ਮੈਂ ਭਰਮ ਚੁਕਾਇਆ। ਅਨਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਨਿਆ। ਕਹਿੰਦੇ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ। ਇਹ ਗੁਫਾ ਜਿਹੜੀ ਪਹਿਲਾਂ ਵੀ ਸ਼ਬਦ ਆ ਚੁੱਕਿਆ, ਭਾਵ ਮਨੁੱਖ ਦਾ ਸਰੀਰ। ਇੱਕ ਥਾਨ ਸੁਹਾਇਆ, ਪਰਮਾਤਮਾ ਵੇਖੋ ਸਰੀਰ ਦੇ ਵਿੱਚ ਜਿੱਥੇ ਪਰਮਾਤਮਾ ਬੈਠਾ ਉਹ ਸਥਾਨ ਸੁਹਾਵਣਾ ਹੀ ਹੈ ਨਾ, ਉਹ ਹਿਰਦਾ ਸੁਹਾਵਣਾ ਹੀ ਹੈ ਜਿੱਥੇ ਉਹ ਪ੍ਰਗਟ ਹੋ ਗਿਆ। ਪੂਰਾ ਗੁਰੂ ਹਉ ਮੈਂ ਭਰਮ ਚੁਕਾਇਆ, ਪੂਰੇ ਗੁਰੂ ਨੇ ਹਉਮੈ ਦਾ ਜਿਹੜਾ ਭਰਮ ਹੈ ਨਾ, ਉਹ ਸਦਾ ਦੇ ਵਾਸਤੇ ਕਹਿੰਦੇ ਚੁਕਾ ਦਿੱਤਾ। ਪੂਰੇ ਗੁਰੂ ਦੀ ਰਾਹੀਂ ਹਉਮੈ ਦਾ ਭਰਮ ਚੁੱਕ ਖਤਮ ਹੋਇਆ। ਫਿਰ ਅਨਦਿਨ ਨਾਮ ਸਲਾਹਨ ਰੰਗ ਰਾਤੇ, ਅਨਦਿਨ ਦਿਨ ਰਾਤ ਹਰ ਵੇਲੇ ਉਹ ਇਨਸਾਨ ਪਰਮਾਤਮਾ ਦਾ ਨਾਮ ਸੁਣਾਉਂਦੇ ਨੇ, ਉਹਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਤੇ ਗੁਰ ਕਿਰਪਾ ਤੇ ਪਾਵਨਿਆ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਕਹਿੰਦੇ ਫਿਰ ਉਹਦਾ ਜਿਹੜਾ ਮਿਲਾਪ ਹੈ, ਉਸ ਮਿਲਾਪ ਨੂੰ ਉਹ ਪ੍ਰਾਪਤ ਕਰਦੇ ਨੇ। ਫਿਰ ਅੱਗੇ ਮੇਰੇ ਪਾਤਸ਼ਾਹ ਨੇ ਆਖਿਆ, ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਨਿਆ। ਕਹਿੰਦੇ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ। ਅਸਲ ਵਿੱਚ ਨਾ ਸਰੀਰ ਨੂੰ ਗੁਫਾ ਕਿਹਾ ਗਿਆ, ਫਿਰ ਕਿਹਾ ਪ੍ਰਮਾਤਮਾ ਇਹਦੇ ਅੰਦਰ ਬੈਠਾ ਹੈ। ਪਰ ਇੱਕ ਗੱਲ ਹੋਰ ਵੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਗੁਫਾ ਦੀ ਵਿਚਾਰ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਸਰੀਰ ਨੂੰ ਵੀ ਜਾਣਿਆ ਜਾਂਦਾ ਹੈ ਨਾ, ਜੋ ਬ੍ਰਹਮੰਡ ਹੈ, ਸੋਈ ਪਿੰਡ ਹੈ। ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਕਿਵੇਂ ਵਿਚਾਰਿਆ ਜਾਏਗਾ। ਕਹਿੰਦੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਨਾਮ ਨਿਰੰਜਨ, ਨਿਰੰਜਨ ਪਰਮਾਤਮਾ, ਨਿਰੰਜਨ ਜਿਹੜਾ ਮਾਇਆ ਦੀ ਕਾਲਪ ਤੋਂ ਰਹਿਤ, ਉਸ ਪਰਮਾਤਮਾ ਦਾ ਨਾਮ ਅੰਤਰ ਵਸੈ। ਮੁਰਾਰੇ ਸ਼ਬਦ ਵੀ ਪਰਮਾਤਮਾ ਲਈ ਹੈ। ਮੁਰਾ ਨਾਮੀ ਦੈਂਤ ਨੂੰ ਮਾਰਨ ਵਾਲਾ। ਕਹਿੰਦੇ ਉਹ ਪਰਮਾਤਮਾ ਦਾ ਨਾਮ ਜਿਹੜਾ ਹਿਰਦੇ ਦੇ ਅੰਦਰ ਵਸਦਾ ਹੈ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਨਿਆ। ਕਹਿੰਦੇ ਹਰ ਗੁਣ ਗਾਏ ਸ਼ਬਦ ਸੁਹਾਏ। ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਵੇਂ ਜਿਵੇਂ ਪਰਮਾਤਮਾ ਦਾ ਗੁਣ ਗਾਉਂਦਾ ਹੈ ਨਾ, ਉਸਦਾ ਜੀਵਨ ਸੁੰਦਰ ਬਣ ਜਾਂਦਾ ਹੈ। ਪ੍ਰੀਤਮ ਨੂੰ ਮਿਲ ਕੇ ਆਤਮਿਕ ਆਨੰਦ ਨੂੰ ਮਾਣਦਾ ਹੈ। ਫਿਰ ਮਿਲ ਪ੍ਰੀਤਮ, ਪ੍ਰੀਤਮ ਨੂੰ ਮਿਲ ਕੇ ਸੁਖ ਪਾਵਨਿਆ, ਸੁਖ ਅਧਿਆਤਮਕ ਸੁਖ, ਆਤਮਿਕ ਆਨੰਦ ਨੂੰ ਮਿਲਦਾ ਹੈ। ਜਮ ਜਾਗਾਤੀ ਦੂਜੈ ਭਾਏ ਕਰ ਲਾਏ, ਨਾਮ ਭੂਲੇ ਦੇ ਸਜਾਏ। ਘੜੀ ਮੁਹਤ ਕਾ ਲੇਖਾ ਲੇਵੈ, ਰਤੀਆਂ ਮਾਸਾ ਤੋਲ ਕਢਾਵਣਿਆ। ਕਹਿੰਦੇ ਜਮ ਜਾਗਾਤੀ, ਜਾਗਾਤੀ ਹੈ, ਵੇਖੋ ਜੱਜੇ ਕੰਨਾ ਗੱਗੇ ਕੰਨਾ ਹੈ। ਜਾਗਾਤੀ ਦੂਜੈ ਭਾਏ ਕਰ ਲਾਏ। ਜਮ ਜਾਗਾਤੀ, ਜਾਗਾਤੀ ਵੈਸੇ ਜਿਹੜਾ ਸ਼ਬਦ ਉਹ ਮਸੂਲੀਆ ਜਿਹੜਾ ਕਰ ਵਸੂਲਦਾ, ਇਹਨੂੰ ਜਗਾਤੀ ਵੀ ਕਹਿੰਦੇ ਨੇ, ਜਿਹੜਾ ਕਰ ਵਸੂਲਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਜਮ ਜਾਗਾਤੀ ਦੂਜੈ ਭਾਏ ਕਰ ਲਾਏ। ਅਸਲ ਵਿੱਚ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ ਨਾ, ਉਸ ਪਾਸੋਂ ਮਸੂਲੀਆ ਜਮਰਾਜ ਜਿਹੜਾ ਹੈ ਉਹ ਮਸੂਲ ਲੈਂਦਾ, ਕਰ ਲੈਂਦਾ ਉਹਦੇ ਕੋਲ। ਜਮ ਜਾਗਾਤੀ ਦੂਜੈ ਭਾਏ ਕਰ ਲਾਏ, ਨਾਮ ਉਹ ਭੂਲੇ ਦੇ ਸਜਾਏ। ਤੇ ਇਹ ਵੀ ਗੱਲ ਬੜੀ ਵੱਡੀ ਹੈ, ਨਾਮ ਉਹ ਭੁੱਲੇ, ਜਿਹੜੇ ਨਾਮ ਤੋਂ ਭੁੱਲ ਜਾਂਦੇ ਨੇ ਨਾ, ਫਿਰ ਉਹਨੂੰ ਸਜ਼ਾ ਵੀ ਮਿਲਦੀ। ਉਹ ਸਜ਼ਾ ਵੀ ਉਹਨਾਂ ਨੂੰ ਦਿੰਦਾ ਹੈ ਜਿਹੜੇ ਉਸ ਪਰਮਾਤਮਾ ਦੇ ਨਾਮ ਤੋਂ ਭੁੱਲ ਜਾਂਦੇ ਨੇ, ਜਿਹੜੇ ਨਾਮ ਦੇ ਪਾਸਿਓਂ ਮੂੰਹ ਮੋੜ ਦਿੰਦੇ ਨੇ। ਘੜੀ ਮੁਹਤ ਕਾ ਲੇਖਾ ਲੇਵੈ, ਘੜੀ ਮੁਹਤ ਕਾ ਲੇਖਾ ਲੇਵੈ। ਇੱਕ ਗੱਲ ਸਮਝ ਲਓ, ਆਪਾਂ ਸਮਝੀਏ ਕਿ ਪਰਮਾਤਮਾ ਹਰ ਘੜੀ ਦਾ ਲੇਖਾ ਜਿਹੜਾ ਉਹ ਲੈਂਦਾ ਹੈ, ਇੱਕ ਇੱਕ ਪਲ ਦਾ ਲੇਖਾ ਲੈਂਦਾ। ਵੇਖੋ ਰਤੀਓਂ ਮਾਸਾ ਤੋਲ ਕਢਾਵਣਿਆ, ਰੱਤੀ ਤੋਂ ਲੈ ਕੇ ਮਾਸੇ ਤੱਕ, ਤੋਲੇ ਤੱਕ। ਕਹਿਣ ਦਾ ਭਾਵ ਇਹ ਹੈ ਕਿ ਪਰਮਾਤਮਾ ਜਿਹੜਾ ਹੈ ਉਹ
ਇੱਕ ਇੱਕ ਪਲ ਦਾ ਇੱਕ ਇੱਕ ਸੈਕਿੰਡ ਦੇ 100ਵੇਂ ਹਿੱਸੇ ਦਾ ਹਿਸਾਬ ਵੀ ਉਹ ਲੈਂਦਾ ਹੈ। ਘੜੀ ਮੁਕਤ ਕਾ ਲੇਖਾ ਉਹ ਲੇਖਾ ਲੈਂਦਾ ਹੈ ਸਾਡੇ ਕੋਲ। ਰਤੀ ਹੁਣ ਮਾਸਾ ਤੋਲ ਘਟਾ ਬਣਿਆ। ਫਿਰ ਮੇਰੇ ਪਾਤਸ਼ਾਹ ਕਹਿੰਦੇ ਪੀੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ, ਕਾਮਨ ਪਿਰ ਰਾਖਿਆ ਕੰਠ ਲਾਏ, ਕਾਮਨ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣਿਆ। ਇੱਥੇ ਵਿਸ਼ਰਾਮ ਆਏਗਾ। ਕਾਮਨ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣਿਆ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਪੀੜੈ ਪਿਰ ਮਨ ਵਸਾਇਆ। ਪੀੜੈ ਵਾਹਿਗੁਰੂ। ਪੀੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ, ਕਾਮਨ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣਿਆ। ਥੋੜਾ ਜਿਹਾ ਇੱਥੇ ਵਾਹਿਗੁਰੂ। ਪਈੜੈ ਪਿਰ ਚੇਤੈ ਨਾਹੀ, ਮਾਫੀ ਚਾਹੁੰਦਾ, ਪਹਿਲੀ ਪੰਕਤੀ ਸੀ ਆਪਣੀ। ਪਈੜੈ ਪਿਰ ਚੇਤੇ ਨਾਹੀ, ਦੂਜੈ ਮੁੱਠੀ ਰੋਵੈ ਧਾਹੀ, ਖਰੀ ਕੁਆਲਿਓ ਕੁਰੂਪ ਕੁਲੱਖਣੀ, ਸੁਪਨੈ ਪਿਰ ਨਹੀਂ ਪਾਵਣਿਆ। ਪਈੜੈ ਪਿਰ ਚੇਤੈ ਨਾਹੀ। ਪਈੜੈ ਸ਼ਬਦ ਦਾ ਸ਼ਾਬਦਿਕ ਅਰਥ ਹੈ ਪੇਕੇ। ਇਹ ਸਾਨੂੰ ਸਮਝਣਾ ਥੋੜਾ ਜਿਹਾ ਪਏਗਾ। ਇੱਥੇ ਅਸਲ ਵਿੱਚ ਦੋ ਥਾਵਾਂ ਇਹ ਅਸੀਂ ਕਹਿ ਦਿੰਦੇ ਹਾਂ, ਇੱਥੇ ਉੱਥੇ, ਲੋਕ ਤੇ ਪਰਲੋਕ ਕਹਿੰਦੇ ਆ ਨਾ। ਲੋਕ ਤੇ ਪਰਲੋਕ ਸਾਨੂੰ ਛੇਤੀ ਸਮਝ ਆਉਂਦਾ ਹੈ। ਉਸੇ ਤਰ੍ਹਾਂ ਨਾ ਇਹਨਾਂ ਦੇ ਵਾਸਤੇ ਲੋਕ ਤੇ ਪਰਲੋਕ ਲਈ ਦੋ ਸ਼ਬਦ ਵਰਤੇ ਨੇ, ਪੇਵਕੜਾ ਤੇ ਸਾਹੁਰੜਾ। ਪੇਵਕੜਾ ਇੱਥੇ ਲੋਕ, ਸਾਹੁਰੜਾ ਉੱਥੇ ਪਰਲੋਕ। ਤੇ ਸਭਨਾ ਸਹੁਰਾ ਵੰਜਣਾ, ਸਭ ਮੁਕਲਾਵਨ ਹਾਰ। ਸਹੁਰਿਆਂ ਤੇ ਸਭ ਨੂੰ ਜਾਣਾ ਪਏਗਾ, ਸਭ ਨੇ ਜਾਣਾ ਉੱਥੇ। ਪਰ ਪਈੜੈ ਪਿਰ ਚੇਤੈ ਨਾਹੀ, ਜਦੋਂ ਪੇਕਿਆਂ ਦੇ ਘਰ ਆਉਣਾ, ਇੱਥੇ ਆ ਲੋਕ ਦੇ ਵਿੱਚ, ਫਿਰ ਉਹ ਚੇਤੇ ਨਹੀਂ ਆਉਂਦਾ। ਫਿਰ ਪ੍ਰਮਾਤਮਾ ਸਾਨੂੰ ਯਾਦ ਨਹੀਂ ਆਉਂਦਾ, ਭੁੱਲ ਜਾਂਦਾ ਹੈ। ਹੁੰਦਾ ਕੀ ਹੈ ਫਿਰ? ਦੂਜਾ ਮੁੱਠੀ ਰੋਵੈ ਧਾਹੀ। ਉਹ ਦੂਜਾ ਮੁੱਠੀ, ਦੂਜਾ ਭਾਵ ਦੇ ਅੰਦਰੋਂ ਲੁੱਟੀ ਜਾਂਦੀ ਹੈ ਜੀਵ ਇਸਤਰੀ, ਤੇ ਰੋਂਦੀ ਹੈ, ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਫਿਰ ਕੁਝ ਅਰਥ ਨਹੀਂ ਆਉਂਦਾ। ਖਰੀ ਕੁਆਲਿਓ ਕੁਰੂਪ ਕੁਲੱਖਣ, ਖਰੀ ਕੁਆਲਿਓ ਕੁਰੂਪ ਕੁਲੱਖਣੀ, ਸੁਪਨੈ ਪਿਰ ਨਹੀਂ ਪਾਵਣਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ ਭੈੜੇ ਘਰ ਦੀ, ਭੈੜੇ ਰੂਪ ਵਾਲੀ, ਭੈੜੇ ਲੱਛਣਾਂ ਵਾਲੀ ਕਹੀ ਜਾਂਦੀ। ਉਹ ਵੇਖੋ, ਖਰੀ ਕੁਆਲਿਓ ਕੁਰੂਪ ਕੁਲੱਖਣੀ ਕਿਹਾ ਗਿਆ। ਕੁਆਲਿਓ ਕਿਹਾ ਉਹਨੂੰ, ਕੁਰੂਪ ਕਿਹਾ ਗਿਆ, ਕੁਲੱਖਣੀ ਕਿਹਾ ਗਿਆ। ਕੁਆਲਿਓ ਦਾ ਅਰਥ ਹੈ ਭੈੜੇ ਘਰ ਵਾਲੀ ਕਹੀ ਜਾਂਦੀ, ਉਹ ਭੈੜੇ ਲੱਛਣਾਂ ਵਾਲੀ ਕਹੀ ਜਾਂਦੀ, ਉਹ ਕੁਲੱਖਣੀ ਕਹੀ ਜਾਂਦੀ ਹੈ, ਜਿਹੜੀ ਪੇਕਿਆਂ ਦੇ ਘਰ ਵਿੱਚ ਨਹੀਂ ਜਪਦੀ ਨਾਮ। ਸੁਪਨੇ ਪਿਰ ਨਹੀਂ ਪਾਵਨ, ਉਹਨੂੰ ਸੁਪਨੇ ਦੇ ਅੰਦਰ ਵੀ ਕਦੇ ਪ੍ਰਮਾਤਮਾ ਦਾ ਮਿਲਾਪ ਜਿਹੜਾ ਉਹਨੂੰ ਨਹੀਂ ਹੋ ਸਕਦਾ। ਉਹ ਪ੍ਰਮਾਤਮਾ ਦੇ ਬਾਰੇ ਸੋਚਦੀ ਰਹੇ, ਉਹਨੂੰ ਤਾਂ ਸੁਪਨੇ ਦੇ ਅੰਦਰ ਵੀ ਪ੍ਰਮਾਤਮਾ ਨਹੀਂ ਮਿਲ ਸਕਦਾ। ਮੇਰੇ ਪਾਤਸ਼ਾਹ ਕਹਿੰਦੇ। ਫਿਰ ਕਹਿੰਦੇ ਪਈੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ, ਕਾਮਨ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣਿਆ। ਪਈੜੈ ਪਿਰ ਮਨ ਵਸਾਇਆ, ਤੇ ਜਿਹਨੇ ਪੇਕਿਆਂ ਦੇ ਘਰ ਇੱਥੇ ਇਸ ਲੋਕ ਦੇ ਅੰਦਰ ਉਸ ਪ੍ਰਮਾਤਮਾ ਨੂੰ, ਪਿਰ ਨੂੰ ਆਪਣੇ ਮਨ ਵਿੱਚ ਵਸਾ ਲਿਆ। ਦੋਵਾਂ ਦਾ ਜ਼ਿਕਰ ਪਹਿਲਾਂ ਉਹਨੇ, ਜਿਹਨੇ ਨਹੀਂ ਚੇਤਿਆ, ਹੁਣ ਉਹਦਾ ਆ ਗਿਆ ਜਿਹਨੇ ਮਨ ਵਿੱਚ ਵਸਾਇਆ। ਕੀ ਹੋਇਆ? ਪੂਰਾ ਗੁਰ ਹਦੂਰ ਦਿਖਾਇਆ, ਪੂਰੇ ਗੁਰੂ ਨੇ ਉਹਨੂੰ ਵਿਖਾ ਦਿੱਤਾ ਕਿ ਭਾਈ ਉਹ ਪ੍ਰਮਾਤਮਾ ਤੇਰੀ ਹਦੂਰ ਹੈ, ਤੇਰੇ ਕੋਲ ਹੈ, ਤੇਰੇ ਨੇੜੇ ਹੈ, ਤੇਰੇ ਅੰਦਰ ਵਸਦਾ ਉਹ ਪ੍ਰਮਾਤਮਾ। ਕਾਮਨ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣਿਆ। ਉਹ ਕਾਮਨ ਪਿਰ ਰਾਖਿਆ ਕੰਠ ਲਾਏ, ਜਿਸ ਜੀਵ ਇਸਤਰੀ ਨੇ ਉਸ ਪਿਰ ਨੂੰ, ਵਾਹਿਗੁਰੂ ਨੂੰ ਆਪਣੇ ਗਲ ਨਾਲ ਲਾਈ ਰੱਖਿਆ, ਸ਼ਬਦ ਦੀ ਰਾਹੀਂ ਫਿਰ ਪਿਰ ਰਾਵੈ ਸੇਜ ਸੁਹਾਵਣਿਆ। ਸ਼ਬਦ ਦੇ ਰਾਹੀਂ ਉਹ ਪਤੀ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੀ ਹੈ। ਸ਼ਬਦੇ ਪਿਰ ਰਾਵੈ, ਉਹ ਸੇਜ ਦਾ ਆਨੰਦ ਮਾਣਦੀ ਹੈ, ਤੇ ਉੱਥੇ ਉਹ ਸ਼ੋਭਾ ਵੀ ਪਾਉਂਦੀ ਹੈ। ਅੱਗੇ ਮੇਰੇ ਪਾਤਸ਼ਾਹ ਨੇ ਆਖਿਆ, ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਆਪੇ ਦੇਵੈ ਸਦ ਬੁਲਾਏ, ਉਹ ਪ੍ਰਮਾਤਮਾ ਜਿਹੜਾ ਹੈ ਨਾ, ਆਪ ਹੀ ਆਪਣੇ ਜੀਵਾਂ ਨੂੰ ਸੱਦ ਕੇ, ਜਿਨ੍ਹਾਂ ਤੇ ਰਹਿਮਤ ਹੁੰਦੀ ਹੈ ਨਾ, ਜਿਹੜੇ ਗੁਰੂ ਵਾਲੇ ਬਣਦੇ ਨੇ, ਉਹਨੂੰ ਸੱਦ ਕੇ ਆਪ ਨਾਮ ਦੀ ਦਾਤ ਦਿੰਦਾ ਹੈ, ਬੁਲਾ ਕੇ। ਆਪੇ ਦੇਵੈ ਸੱਦ ਬੁਲਾਏ, ਬੁਲਾ ਕੇ ਸੱਦ ਕੇ ਨਾਮ ਦੀ ਦਾਤ ਦਿੰਦਾ ਹੈ। ਆਪਣਾ ਨਾਉ ਮਨ ਵਸਾਏ,
ਕਿ ਉਹਨਾਂ ਜੀਵਾਂ ਦੀ ਮਨ ਦੇ ਅੰਦਰ ਆਪਣਾ ਨਾਮ ਵਸਾਉਂਦਾ ਵੀ ਉਹ ਪਰਮਾਤਮਾ ਆਪ ਹੈ। ਨਾਨਕ ਨਾਮ ਮਿਲੈ ਵਡਿਆਈ। ਕਹਿੰਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਵਡਿਆਈ ਮਿਲਦੀ ਨਾ, ਅਨਦਿਨ ਸਦਾ ਗੁਣ ਗਾਵਣਿਆ, ਉਹ ਹਰ ਵੇਲੇ ਉਸ ਪ੍ਰਮਾਤਮਾ ਦੇ ਜਿਹੜੇ ਗੁਣ ਨੇ, ਹਰ ਵੇਲੇ ਉਸ ਪ੍ਰਮਾਤਮਾ ਦੀ ਜਿਹੜੀ ਸਿਫਤ ਹੈ ਉਹ ਜੀਵ ਕਰਦਾ ਹੈ, ਹਮੇਸ਼ਾ ਉਹਦੇ ਗੁਣ ਜਿਹੜੇ ਉਹ ਗਾਉਂਦਾ ਹੈ। ਮਾਝ ਮਹੱਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵਹਿ ਘਰ ਮਾਹਿ ਉਦਾਸਾ। ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਣਿਆ। ਕਹਿੰਦੇ ਊਤਮ ਜਨਮ ਸੁਥਾਨ ਹੈ ਵਾਸਾ। ਮਾਝ ਮਹੱਲਾ ਤੀਜਾ, ਤੀਸਰੇ ਪਾਤਸ਼ਾਹ। ਊਤਮ ਜਨਮ ਸੁਥਾਨ ਹੈ ਵਾਸਾ। ਜਿਹੜੇ ਮਨੁੱਖ ਸਾਧ ਸੰਗਤ ਸ੍ਰੇਸ਼ਟ ਥਾਂ ਵਿੱਚ ਨਿਵਾਸ ਰੱਖਦੇ ਨੇ ਨਾ, ਉਹਨਾਂ ਦਾ ਮਨੁੱਖਾ ਜਨਮ ਜਿਹੜਾ ਉਹ ਊਤਮ ਹੋ ਜਾਂਦਾ, ਸ੍ਰੇਸ਼ਟ ਹੋ ਜਾਂਦਾ, ਉੱਚਾ ਹੋ ਜਾਂਦਾ ਉਹਨਾਂ ਦਾ। ਸਤਿਗੁਰ ਸੇਵਹਿ ਘਰ ਮਾਹਿ ਉਦਾਸਾ। ਉਹ ਮਨੁੱਖ ਜਿਹੜੇ ਨੇ, ਜਿਹੜੇ ਗੁਰੂ ਨੂੰ ਸਿਮਰਦੇ ਨੇ, ਉਹਦਾ ਆਸਰਾ ਲੈਂਦੇ ਨੇ, ਉਹ ਘਰ ਮਾਹਿ ਉਦਾਸਾ, ਗ੍ਰਸਥੀ ਵਿੱਚ ਰਹਿੰਦੇ ਹੀ ਉਦਾਸ ਬਣ ਜਾਂਦੇ, ਉਹਨਾਂ ਨੂੰ ਘਰ ਨਹੀਂ ਛੱਡਣਾ ਪੈਂਦਾ, ਉਹਨਾਂ ਨੂੰ ਕਿਤੇ ਬਾਹਰ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਜਾਣਾ ਪੈਂਦਾ। ਹਰ ਰੰਗ ਰਹੇ ਸਦਾ ਰੰਗ ਰਾਤੇ। ਉਹ ਪ੍ਰਮਾਤਮਾ ਦੇ ਰੰਗ ਵਿੱਚ ਸਦਾ ਹੀ ਰੰਗੇ ਰਹਿੰਦੇ ਨੇ, ਰੱਤੇ ਰਹਿੰਦੇ ਨੇ। ਹਰ ਰਸ ਮਨ ਤ੍ਰਿਪਤਾ ਬਣਿਆ। ਤੇ ਪ੍ਰਮਾਤਮਾ ਦੇ ਨਾਮ ਰਸ ਨਾਲ ਉਹਨਾਂ ਦਾ ਮਨ ਜਿਹੜਾ ਤ੍ਰਿਪਤ ਹੋਇਆ ਰਹਿੰਦਾ, ਰੱਜਿਆ ਰਹਿੰਦਾ, ਉਹਨੂੰ ਕਦੇ ਫਿਰ ਭੁੱਖ ਨਹੀਂ ਲੱਗਦੀ। ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣਿਆ। ਗੁਰਮੁਖ ਪੜ੍ਹੇ ਹਰ ਨਾਮ ਸਲਾਹੇ, ਦਰ ਸੱਚੈ ਸ਼ੋਭਾ ਪਾਵਣਿਆ ਰਹਾਉ। ਹਉ ਵਾਰੀ ਜੀਉ ਵਾਰੀ, ਮੈਂ ਵਾਰੀ ਬਲਿਹਾਰ ਕੁਰਬਾਨ ਸਦਕੇ ਜਾਣਾ ਉਹਨਾਂ ਨੂੰ। ਪੜ ਬੁੱਝ ਮਨ ਵਸਾਵਣਿਆ, ਜਿਹੜੇ ਪੜ੍ਹ ਕੇ ਸਮਝ ਕੇ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ, ਜਿਹੜੇ ਸ਼ਬਦ ਨੂੰ ਪੜ੍ਹਦੇ ਨੇ, ਸ਼ਬਦ ਨੂੰ ਸਮਝ ਕੇ ਪ੍ਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਉਂਦੇ ਨੇ, ਮੈਂ ਵਾਰੀ ਉਹਨਾਂ ਤੋਂ। ਗੁਰਮੁਖ ਪੜ੍ਹੇ ਹਰ ਨਾਮ ਸਲਾਹ ਹੈ। ਗੁਰਮੁਖ ਜਿਹੜੇ ਉਹ ਪੜ੍ਹਦੇ ਨੇ, ਹਰੀ ਨਾਮ ਦੀ ਰਾਹੀਂ ਉਹਦੀ ਸਿਫਤ ਸਲਾਹ ਕਰਦੇ ਨੇ। ਦਰ ਸੱਚਾ ਸ਼ੋਭਾ ਪਾਵਣਿਆ, ਉਹਦੇ ਸੱਚੇ ਦਰ ਤੇ ਫਿਰ ਉਹ ਸ਼ੋਭਾ ਪਾਉਂਦੇ ਨੇ। ਰਹਾਉ ਵਿਸ਼ਰਾਮ ਦੇ ਕੇ। ਅਲਖ ਅਭੇਉ ਹਰ ਰਹਿਆ ਸਮਾਏ, ਉਪਾਏ ਨਾ ਕਿਤੀ ਪਾਇਆ ਜਾਏ। ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਕਹਿੰਦੇ ਅਲਖ ਅਭੇਉ ਹਰ ਰਹਿਆ ਸਮਾਏ। ਪ੍ਰਮਾਤਮਾ ਅਲਖ ਹੈ, ਅਦ੍ਰਿਸ਼ਟ ਹੈ, ਜਿਹਨੂੰ ਲਖਿਆ ਨਹੀਂ ਜਾ ਸਕਦਾ। ਉਹ ਅਭੇਉ ਹੈ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ। ਕਹਿੰਦੇ ਹਰ ਰਹਿਆ ਸਮਾਏ, ਉਹ ਹਰ ਜਗ੍ਹਾ ਤੇ ਸਮਾਇਆ, ਹਰ ਇੱਕ ਜਗ੍ਹਾ ਤੇ ਹੈ, ਸਾਡੇ ਅੰਦਰ ਵੀ ਹੈ। ਉਪਾਏ ਨਾ ਕਿਤੀ ਪਾਇਆ ਜਾਏ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਹਿੰਦੇ ਉਹ ਪਾਇਆ ਨਹੀਂ ਜਾ ਸਕਦਾ ਜਿੰਨਾ ਚਿਰ ਗੁਰੂ ਅਸਲ ਵਿੱਚ ਨਹੀਂ ਮਿਲਦਾ। ਹੈ ਹਰ ਇੱਕ ਜਗ੍ਹਾ ਤੇ, ਪਰ ਜਿੰਨਾ ਮਰਜ਼ੀ ਜ਼ੋਰ ਲਾ ਲਓ। ਕਿਉਂ? ਕਿਉਂਕਿ ਕਹਿੰਦੇ ਕਿਰਪਾ ਕਰੇ ਤਾਂ ਸਤਿਗੁਰ ਭੇਟੈ। ਜੇ ਉਹ ਆਪ ਕਿਰਪਾ ਕਰ ਦਵੇ, ਉਹ ਗੁਰੂ ਦਾ ਮਿਲਾਪ ਕਰਾਉਂਦਾ ਹੈ, ਨਦਰੀ ਮੇਲ ਮਿਲਾਵਣਿਆ। ਤੇ ਗੁਰੂ ਦੀ ਰਾਹੀਂ, ਆਪਣੀ ਨਦਰੇ ਰਹਿਮਤ ਦੇ ਰਾਹੀਂ ਫਿਰ ਉਹ ਆਪਣਾ ਮੇਲ ਜੀਵ ਨੂੰ ਕਰਵਾਉਂਦਾ ਹੈ। ਅੱਗੇ ਬਾਦਸ਼ਾਹ ਕਹਿੰਦੇ ਦੂਜੈ ਭਾਏ ਪੜੈ ਨਹੀਂ ਬੂਝੈ, ਤ੍ਰਿਬਿਧ ਮਾਇਆ ਕਾਰਨ ਲੂਝੈ। ਤ੍ਰਿਬਿਧ ਬੰਧਨ ਟੂਟਹਿ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਦੂਜੈ ਭਾਏ ਪੜੈ ਨਹੀਂ ਬੂਝੈ। ਪਹਿਲਾਂ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਪੜ੍ਹਿਆ ਸਮਝਿਆ। ਹੁਣ ਦੂਜੇ ਭਾਏ ਜਿਹੜੇ ਪੜ੍ਹਦੇ ਨੇ ਮਾਇਆ ਦੇ ਵਾਲੇ ਪਾਸੇ, ਕਹਿੰਦੇ ਉਹ ਕਦੇ ਨਹੀਂ ਬੁੱਝ ਸਕਦੇ, ਉਸ ਪ੍ਰਮਾਤਮਾ ਨੂੰ ਜਾਣ ਨਹੀਂ ਸਕਦੇ। ਤ੍ਰਿਬਿਧ ਮਾਇਆ ਕਾਰਨ ਲੂਝੈ। ਅਸਲ ਵਿੱਚ ਤਿੰਨ ਗੁਣਾਂ ਵਾਲੀ ਜਿਹੜੀ ਮਾਇਆ ਹੈ ਨਾ, ਉਹਦੇ ਕਾਰਨ ਉਹ ਲੁੱਝਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ, ਖਿੱਚਦੇ ਰਹਿੰਦੇ ਨੇ, ਕੁਛ ਨਹੀਂ ਕੱਢਦੇ ਰਹਿੰਦੇ ਨੇ, ਕੁਛ ਨਹੀਂ ਮਿਲਦਾ ਉਹਨਾਂ। ਤ੍ਰਿਬਿਧ ਬੰਧਨ ਟੂਟੇ ਗੁਰ ਸ਼ਬਦੀ। ਇਹ ਜਿਹੜੇ ਮਾਇਆ ਦੇ ਤਿੰਨ ਬੰਧਨ ਨੇ, ਗੁਰੂ ਦੇ ਸ਼ਬਦ ਦੀ ਰਾਹੀਂ ਟੁੱਟਦੇ ਨੇ। ਸ਼ਬਦ ਦੀ ਮੁਕਤ ਕਰਾਵਣਿਆ। ਤੇ ਸ਼ਬਦ ਹੀ ਹੈ ਜਿਹੜਾ ਜੀਵ ਨੂੰ ਇਸ ਮਾਇਆ ਦੇ ਬੰਧਨਾਂ ਤੋਂ ਹਮੇਸ਼ਾ ਦੇ ਵਾਸਤੇ ਮੁਕਤ ਕਰਦਾ ਹੈ। ਇਹ ਮਨ ਚੰਚਲ ਵਸ ਨ ਆਵੈ, ਦੁਬਿਧਾ ਲਾਗੈ ਦਹਿ ਦਿਸ ਧਾਵੈ। ਬਿਖ ਕਾ ਕੀੜਾ ਬਿਖ ਮਹਿ ਰਾਤਾ, ਬਿਖ ਹੀ ਮਾਹੇ ਪਚਾਵਣਿਆ। ਇਹੋ ਮਨ ਚੰਚਲ ਵਸ ਨਾ ਆਵੈ। ਸੱਚੇ ਪਾਤਸ਼ਾਹ ਕਹਿੰਦੇ ਭਾਈ, ਇਹ ਜਿਹੜਾ ਤੇਰਾ ਮਨ ਹੈ ਨਾ, ਇਹ ਬੜਾ ਚੰਚਲ ਹੈ, ਬਹੁਤ ਚੰਚਲ ਹੈ। ਇਹ ਕਹਿੰਦੇ ਕਿਸੇ ਵੀ ਇਨਸਾਨ ਦੇ ਮਨ ਵਿੱਚ, ਕਿਸੇ ਵੀ ਇਨਸਾਨ ਦੇ ਇਹ ਵਸ ਨਹੀਂ ਆਉਂਦਾ। ਇਹ ਮਨ ਚੰਚਲ ਵਸ ਨਾ ਆਵੈ, ਵਸ ਨਹੀਂ ਆਉਂਦਾ, ਮਨ ਚੰਚਲ ਹੈ। ਦੁਬਿਧਾ ਲਾਗੈ ਦਹਿ ਦਿਸ ਧਾਵੈ। ਤੇ ਜਦੋਂ ਦੁਬਿਧਾ, ਜੋ ਚਿੱਤਾਪਨ ਆ ਜਾਂਦਾ, ਮਾਇਆ ਵਾਲੇ ਪਾਸੇ ਲੱਗਦਾ ਹੈ, ਫਿਰ ਦਸੇ ਦਿਸ਼ਾਵਾਂ ਵੱਲ ਦੌੜਦਾ ਹੈ, ਧੌਂਦਾ ਇਹ ਮਨ, ਪਰਮਾਤਮਾ ਵਾਲੇ ਪਾਸੇ ਨਹੀਂ ਜਾਂਦਾ। ਫਿਰ ਬਿਖ ਕਾ ਕੀੜਾ ਬਿਖ ਮਹਿ ਰਾਤਾ।
ਅਸਲ ਵਿੱਚ ਉਹ ਫਿਰ ਜ਼ਹਿਰ ਦਾ ਉਹ ਕੀੜਾ ਬਣਿਆ ਰਹਿੰਦਾ ਆਤਮਕ ਮੌਤ ਤੇ ਆਉਣ ਵਾਲੀ ਦਾ। ਜਿਵੇਂ ਵਿਸ਼ੇ ਵਿਕਾਰਾਂ ਦਾ ਕੀੜਾ ਉੱਥੇ ਹੀ ਖੱਪਦਾ ਹੈ, ਮਰਦਾ ਹੈ। ਬਿਖ ਹੀ ਮਾਹੇ ਪਚਾ ਬਣਿਆ, ਉੱਥੇ ਹੀ ਖੁਆਰ ਹੁੰਦਾ ਰਹਿੰਦਾ, ਉੱਥੇ ਹੀ ਜੰਮਦਾ ਹੈ। ਗੰਦਗੀ ਦਾ ਕੀੜਾ ਜਿੱਥੇ ਜੰਮਦਾ ਉੱਥੇ ਹੀ ਮਰ ਜਾਂਦਾ ਹੈ। ਸੱਚੇ ਪਾਤਸ਼ਾਹ ਨੇ ਆਖਿਆ ਉਹ ਹਾਲਤ ਫਿਰ ਉਸ ਜੀਵ ਦੀ ਹੈ ਜਿਹੜਾ ਦੂਜੇ ਭਾਏ ਦੇ ਵਿੱਚ, ਜਿਹਦਾ ਮਨ ਚੰਚਲ ਹੈ, ਜਿਹੜਾ ਦੁਬਿਧਾ ਵਾਲੇ ਪਾਸੇ ਲੱਗ ਗਿਆ। ਫਿਰ ਪਾਤਸ਼ਾਹ ਕਹਿੰਦੇ ਹਉ ਹਉ ਕਰੇ ਤੈਂ ਆਪ ਜਨਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਤੁਝ ਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ। ਹਉ ਹਉ ਕਰੇ ਤੈ ਆਪ ਜਨਾਏ। ਜਿਹੜਾ ਹਉਮੈ ਹਉ ਹਉ ਕਰਦਾ ਹੈ ਨਾ, ਮੇਰਾ ਮੇਰਾ ਕਰਦਾ ਹੈ, ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਚਨਾਉਂਦਾ ਹੈ, ਜਿਹੜਾ ਆਪ ਜਨਾਏ ਵੀ ਮੈਂ ਹੀ ਹਾਂ ਸਭ ਕੁਛ। ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਕਹਿੰਦੇ ਇਹੋ ਜਿਹਾ ਇਨਸਾਨ ਆਪਣੇ ਵੱਲੋਂ ਧਰਮ ਦੇ ਬੜੇ ਕਰਮ ਵੀ ਕਰਦਾ ਹੈ, ਪਰ ਉਹ ਕਿਸੇ ਥਾਂ ਹੀ ਨਹੀਂ ਪੈਂਦੇ। ਹਉਮੈ ਵਾਲਾ ਬੰਦਾ ਧਰਮ ਦੇ ਜਿੰਨੇ ਵੀ ਕਰਮ ਕਰੀ ਜਾਏ, ਸੱਚੇ ਪਾਤਸ਼ਾਹ ਕਹਿੰਦੇ ਬਈ ਉਹ ਕਿਸੇ ਵੀ ਥਾਂ ਨਹੀਂ ਪੈਂਦੇ ਬਾਈ, ਜਿੰਨਾ ਮਰਜ਼ੀ ਉਹ ਜ਼ੋਰ ਲਾ ਲਵੇ। ਤੁਝ ਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ। ਕਹਿੰਦੇ ਤੇਰੀ ਮਿਹਰ ਤੋਂ ਬਿਨਾਂ ਜੀਵ ਪਾਸੋਂ ਕੁਝ ਨਹੀਂ ਹੋ ਸਕਦਾ, ਤੇਰੇ ਤੋਂ ਬਾਹਰ ਕੁਛ ਹੈ ਵੀ ਨਹੀਂ। ਬਖਸ਼ੇ ਜਿਹਨੂੰ ਤੂੰ ਆਪ ਬਖਸ਼ਦਾ ਹੈ। ਕੀ ਬਖਸ਼ਦਾ ਹੈ? ਸ਼ਬਦ ਜਿਹਨੂੰ ਆਪ ਬਖਸ਼ਦਾ ਹੈ, ਤੇ ਉਹੀ ਫਿਰ ਜਿਹਨੂੰ ਸ਼ਬਦ ਮਿਲ ਜਾਂਦਾ ਉਹ ਸੁਹਾਵਣਾ, ਉਹ ਸ਼ੋਭਾ ਪਾ ਜਾਂਦਾ ਹੈ ਤੇਰੇ ਦਰ ਤੇ। ਅੱਗੇ ਮੇਰੇ ਪਾਤਸ਼ਾਹ ਕਹਿੰਦੇ ਉਪਜੈ ਪਚੈ ਹਰ ਬੂਝੈ ਨਾਹੀ, ਅਣ ਦਿਨ ਦੂਜੈ ਭਾਏ ਫਿਰਾਹੀ। ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਕਹਿੰਦੇ ਉਪਜੈ ਪਚੈ ਹਰ ਬੂਝੈ ਨਾਹੀ। ਜਿਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦਾ, ਉਹ ਕਦੇ ਜੰਮਦਾ ਹੈ, ਕਦੇ ਸੜਦਾ ਹੈ। ਉਪਜੈ ਪਚੈ, ਉਪਜੈ ਜੰਮਦਾ ਹੈ, ਪਚੈ ਦਾ ਅਰਥ ਖੁਆਰ ਹੁੰਦਾ। ਜਿਹੜਾ ਹਰ ਬੂਝੈ ਨਾਹੀ, ਜਿਹੜਾ ਪਰਮਾਤਮਾ ਨੂੰ ਬੁੱਝਦਾ ਨਹੀਂ ਹੈ। ਅਣ ਦਿਨ ਦੂਜੈ ਭਾਏ ਫਿਰਾਹੀ, ਉਹ ਦਿਨ ਰਾਤ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ, ਦੂਜੇ ਪਾਸੇ ਹੀ ਦੌੜਦਾ ਰਹਿੰਦਾ ਹੈ। ਤੇ ਕੀ ਕਹਿੰਦੇ ਫਿਰ ਉਹਦਾ ਮਨਮੁਖ ਜਨਮ ਗਿਆ ਹੈ ਬਿਰਥਾ। ਉਹ ਮਨਮੁਖ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦਾ ਜਨਮ ਜਿਹੜਾ ਉਹ ਬਿਰਥ ਚਲਾ ਗਿਆ ਹੈ। ਅੰਤ ਗਿਆ ਪਛਤਾਵਣਾ, ਉਹ ਆਖਰ ਦੁਨੀਆ ਤੋਂ ਪਛਤਾਉਂਦਾ ਹੀ ਜਾਂਦਾ ਹੈ। ਇਹੋ ਜਿਹਾ ਜਿਹੜਾ ਜੀਵਨ। ਅੱਗੇ ਪਾਤਸ਼ਾਹ ਕਹਿੰਦੇ ਫਿਰ ਪਰਦੇਸ ਸ਼ਿਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਹਲਤ ਨਾ ਸ਼ੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਕਹਿੰਦੇ ਫਿਰ ਪਰਦੇਸ ਸ਼ਿਗਾਰ ਬਣਾਏ। ਇਸਤਰੀ ਦਾ ਵੇਖੋ, ਇੱਕ ਇਸਤਰੀ ਫਿਰ ਪ੍ਰਦੇਸ਼ ਗਿਆ ਹੋਇਆ ਹੈ, ਇਸਤਰੀ ਦਾ ਪਤੀ ਪ੍ਰਦੇਸ਼ ਹੋਵੇ, ਉਹ ਆਪਣੇ ਜੀਵਨ ਵਿੱਚ ਸ਼ਿੰਗਾਰ ਕਰਦੀ ਰਹੇ। ਫਿਰ ਪ੍ਰਦੇਸ਼ ਹੈ, ਉਹ ਸ਼ਿੰਗਾਰ ਕਰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹਦਾ ਕੀਤਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ। ਜਿਹਦਾ ਫਿਰ ਉਹਦਾ ਪਤੀ ਪ੍ਰਦੇਸ਼ ਹੈ, ਉਹ ਸ਼ਿੰਗਾਰ ਕਿਹਦੇ ਲਈ ਕਰੇਗੀ? ਉਹਦਾ ਉਹ ਕਿਸੇ ਕੰਮ ਦਾ ਨਹੀਂ ਹੈ। ਮਨਮੁਖ ਅੰਧ ਐਸੇ ਕਰਮ ਕਮਾਏ। ਕਹਿੰਦੇ ਮਨਮੁਖ ਵੀ ਅੰਨਾ ਹੋਇਆ ਹੈ, ਇਹੋ ਜਿਹੇ ਕਰਮ ਕਰਦਾ ਜਾ ਰਿਹਾ ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ ਮਿਲਦਾ। ਪਹਿਲੋਂ ਉਦਾਹਰਨ ਦਿੱਤੀ, ਫਿਰ ਮਨਮੁਖ ਕਹਿੰਦੇ ਵੀ ਇਸੇ ਤਰ੍ਹਾਂ ਹੀ ਕਰਮ ਕਰਦਾ ਹੈ। ਹਲਤ ਨਾ ਸ਼ੋਭਾ ਪਲਤ ਨਾ ਢੋਈ, ਉਸਨੂੰ ਹਲਤ ਪਲਤ, ਹਲਤ ਇਹ ਲੋਕ ਪਲਤ ਪਰਲੋਕ, ਉਹਨੂੰ ਹਲਤ ਵਿੱਚ ਇੱਥੇ ਵੀ ਸ਼ੋਭਾ ਨਹੀਂ ਮਿਲਦੀ ਤੇ ਪਲਤ ਵਿੱਚ ਪਰਲੋਕ ਵਿੱਚ ਵੀ ਢੋਈ ਨਹੀਂ ਮਿਲਦੀ। ਬਿਰਥਾ ਜਨਮ ਗਵਾਵਣਿਆ। ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਆਪਣਾ ਜਨਮ ਜਿਹੜਾ ਉਹ ਵਿਅਰਥ ਗਵਾ ਰਿਹਾ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਅਣ ਦਿਨ ਭਗਤ ਕਰੇ ਦਿਨ ਰਾਤੀ, ਸਹਜੇ ਹੀ ਸੁਖ ਪਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਕਿਸੇ ਵਿਰਲੇ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਨੂੰ ਜਾਣਿਆ ਹੈ। ਪੂਰੇ ਗੁਰ ਕੈ ਸ਼ਬਦ ਪਛਾਤਾ, ਪੂਰੇ ਗੁਰੂ ਦਾ ਸ਼ਬਦ ਦੀ ਰਾਹੀਂ ਹੀ ਪ੍ਰਮਾਤਮਾ ਦਾ ਨਾਮ ਪਛਾਣਿਆ ਜਾਂਦਾ। ਜਿਹਨੇ ਪਛਾਣਿਆ ਉਹਨੇ ਸ਼ਬਦ ਦੀ ਰਾਹੀਂ ਪਛਾਣਿਆ। ਉਹ ਫਿਰ ਅਣਦਿਨ ਭਗਤ ਕਰੇ ਦਿਨ ਰਾਤੀ। ਉਹ ਫਿਰ ਜੀਵ ਜਿਹਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਮਾਤਮਾ ਦੇ ਨਾਮ ਨੂੰ ਪਛਾਣ ਲਿਆ, ਉਹ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਫਿਰ ਹਰ ਵੇਲੇ ਸਹਜੇ ਹੀ ਸੁਖ ਪਾਵਣਿਆ, ਤੇ ਆਤਮਕ ਅਡੋਲਤਾ ਵਿੱਚ ਟਿਕ ਕੇ ਉਹ ਹਮੇਸ਼ਾ ਸੁਖ ਪ੍ਰਾਪਤ ਕਰਦਾ ਹੈ। ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਾਨਕ ਨਾਮ ਰਤੇ ਜਨ ਸੋਹਹਿ, ਕਰ ਕਿਰਪਾ ਆਪ ਮਿਲਾਵਣਿਆ। ਕਹਿੰਦੇ ਸਭ ਮਹਿ ਵਰਤੈ ਏਕੋ ਸੋਈ, ਸਾਰਿਆਂ ਦੇ ਜੀਵਾਂ ਦੇ ਵਿੱਚ ਇੱਕੋ ਪ੍ਰਮਾਤਮਾ ਵਰਤਦਾ ਉਹੀ ਹੈ। ਗੁਰਮੁਖ ਵਿਰਲਾ ਬੂਝੈ ਕੋਈ, ਕੋਈ ਵਿਰਲਾ ਜਿਹੜਾ ਗੁਰੂ ਵਾਲਾ ਬਣਦਾ ਹੈ
ਉਹਨੂੰ ਇਸ ਗੱਲ ਦੀ ਸਮਝ ਆਉਂਦੀ ਏ ਕਿ ਉਹ ਪ੍ਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ। ਕਹਿੰਦੇ ਨਾਨਕ ਨਾਮ ਰਤੇ ਜਨ ਸੋਹਣੇ, ਜਿਹੜੇ ਨਾਮ ਵਿੱਚ ਰਤੇ ਗਏ ਜਨ ਉਹੀ ਸੋਹੰਦੇ ਨੇ, ਸ਼ੋਭਾ ਪਾਉਂਦੇ ਨੇ। ਕਰ ਕਿਰਪਾ ਆਪ ਮਿਲਾਵਣਿਆ, ਤੇ ਕਹਿੰਦੇ ਜਿਨ੍ਹਾਂ ਤੇ ਉਹ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ, ਆਪ ਰਹਿਮਤ ਕਰਦਾ ਹੈ ਨਾ, ਉਹੀ ਜੀਵਾਂ ਨੂੰ ਉਹ ਵਾਹਿਗੁਰੂ ਪ੍ਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਉਹਨਾਂ ਹੀ ਜੀਵਾਂ ਨੂੰ, ਕਿਸੇ ਹੋਰ ਨੂੰ ਨਹੀਂ, ਉਹਨਾਂ ਜੀਵਾਂ ਨੂੰ ਹੀ ਆਪਣੇ ਨਾਲ ਉਹ ਪ੍ਰਮਾਤਮਾ ਮਿਲਾ ਲੈਂਦਾ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਬੇਅੰਤ ਭੁੱਲਾਂ ਦੀ ਖਿਮਾ। ਸੋ ਅਖੀਰ ਤੇ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।